पर पेशेंट ਨੂੰ ਤਕਰੀਬਨ 3-4 दिन ਪਹਿਲਾਂ ਥੋੜੀ ਬਹੁਤ ਉਹਨਾਂ ਨੇ ਨੇਜ਼ਲ ਕੰਜੈਸ਼ਨ ਦੀ ਮਤਲਬ ਨੱਕ ਬੰਦ ਹੋਣ ਦੀ ਕੰਪਲੇਂਟ ਕੀਤੀ ਤੇ ਉਹਨਾਂ ਦੀ ਖੱਬੀ ਅੱਖ ਉੱਤੇ ਸਵੈਲਿੰਗ ਹੋਣੀ ਸ਼ੁਰੂ ਹੋਈ ਤਕਰੀਬਨ 2-3 दिन ਪਹਿਲਾਂ। ਅਸੀਂ ਉਹਦੇ ਰਿਲੇਟਿਡ ਜਿਹੜਾ ਜ਼ਰੂਰੀ ਟੈਸਟ ਹੈ ਉਹ ਕਰਵਾਏ, ਸੀਟੀ ਸਕੈਨ ਕਰਵਾਇਆ। ਉਹ ਕਰਵਾ ਕੇ ਜਦੋਂ ਮੈਨੂੰ ਲੱਗਿਆ ਕਿ ਇਹ ਮਿਊਕਰਮਾਈਕੋਸਿਸ ਦਾ ਹਾਈ ਸਸਪੀਸ਼ਨ ਹੈ ਤਾਂ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਕੱਲ੍ਹ ਸਵੇਰੇ ਪੀਜੀਆਈ ਰੈਫਰ ਕਰਤਾ ਸੀ। देश दुनिया में कहर बरपाने वाले ब्लैक फंगस ने पंजाब के रूपनगर जिले में भी दस्तक दे दी है। रूपनगर के सिविल अस्पताल में 23 मई को 70 साल का बुजुर्ग सांस में दिक्कत की परेशानी के चलते अस्पताल में भर्ती किया गया था, जिसकी रिपोर्ट कोरोना पॉजिटिव आई थी और इस मरीज का इलाज अस्पताल में चल रहा था। बीते 3 दिन पहले मरीज को नाक बंद होने की दिक्कत आई और आंख में थोड़ी सी सूजन भी नजर आई। डॉक्टर राजीव अग्रवाल ने बताया कि हमने उनके टेस्ट किए और जिसमें उन्हें शक हुआ तो उन्होंने उसे बीते कल पीजीआई चंडीगढ़ रेफर कर दिया। पीजीआई चंडीगढ़ में मरीज के सारे टेस्ट किए गए तो उसमें ब्लैक फंगस के बारे में पता चला। पीजीआई में मरीज के साथ जो अटेंडेंट गया था उसके साथ हमारा तालमेल था। उसने बताया कि डॉक्टर कह रहे हैं कि उसके फेफड़े खराब हो चुके हैं और ब्लैक फंगस उसके दिमाग तक फैल चुका है, जिसके लिए मरीज की काफी सीरियस सर्जरी करनी पड़ेगी। मगर पारिवारिक सदस्यों ने सर्जरी करने से मना कर दिया और पारिवारिक सदस्यों ने पीजीआई से मरीज की छुट्टी करवाकर उसे वापस घर लाने का बंदोबस्त किया। तो डॉक्टर राजीव अग्रवाल ने बताया कि हमने उनके पारिवारिक सदस्यों को कहा कि अगर आप छुट्टी करवा रहे हैं तो उसे आप घर ले जाने की बजाय हमारे पास अस्पताल में दाखिल करवा दो। तो आज ये पेशेंट हमारे पास सरकारी अस्पताल में दाखिल है और इसका इलाज किया जा रहा है। जिला रूपनगर में ब्लैक फंगस के मामले ने जिला प्रशासन में हड़कंप पैदा कर दिया है। तेजी से दूसरे मरीजों में फैलने वाले इस फंगस को लेकर डॉक्टर खास ध्यान दे रहे हैं। ਜਿਹੜਾ ਸਾਡੇ ਕੋਲ ਬਲੈਕ ਫੰਗਸ ਦਾ ਮਿਊਕਰਮਾਈਕੋਸਿਸ ਦਾ ਮੇਨ ਕੇਸ ਹੈ ਉਹ ਨੀਅਰ ਅਬਾਊਟ 71 ਇਅਰਸ ਦੀ ਏਜ ਦੇ ਬਜ਼ੁਰਗ ਹੈ। ਇਜ਼ ਅ ਮੇਲ ਪੇਸ਼ੈਂਟ ਤੇ ਉਹ 22-23 ਤਰੀਕ ਦੇ ਆਸ-ਪਾਸ ਸਾਡੇ ਕੋਲ ਕੋਵਿਡ ਪੋਜ਼ਿਟਿਵ ਕਰਕੇ ਐਡਮਿਟ ਹੋਏ ਸੀ। ਜਦੋਂ ਉਹ ਐਡਮਿਟ ਹੋਏ ਸੀ ਉਹਨਾਂ ਨੂੰ ਸਾਹ ਦੀ ਦਿੱਕਤ ਸੀ ਉਸ ਟਾਈਮ ਕਾਫੀ ਜ਼ਿਆਦਾ, 2-3 ਦਿਨ ਤੋਂ ਸਾਹ ਦੀ ਦਿੱਕਤ ਹੋਣ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਰੋਪੜ ਅਸੀਂ ਐਡਮਿਟ ਕੀਤਾ ਤੇ ਉਹ ਸਾਡੇ ਕੋਲ ਅੰਡਰ ਟ੍ਰੀਟਮੈਂਟ ਸੀ। ਪੇਸ਼ੈਂਟ ਦੀ ਸੈਚੂਰੇਸ਼ਨ ਜਿਹੜੀ ਹੈ ਆਕਸੀਜਨ ਨਾਲ ਪੇਸ਼ੈਂਟ ਚੱਲ ਰਿਹਾ ਸੀ ਤੇ ਉਹ ਮੇਨਟੇਨ ਚੱਲ ਰਹੀ ਸੀ। ਪਰ ਪੇਸ਼ੈਂਟ ਨੂੰ ਤਕਰੀਬਨ 3-4 ਦਿਨ ਪਹਿਲਾਂ ਥੋੜੀ ਬਹੁਤ ਉਹਨਾਂ ਨੇ ਨੇਜ਼ਲ ਕੰਜੈਸ਼ਨ ਦੀ ਮਤਲਬ ਨੱਕ ਬੰਦ ਹੋਣ ਦੀ ਕੰਪਲੇਂਟ ਕੀਤੀ ਤੇ ਉਹਨਾਂ ਦੀ ਖੱਬੀ ਅੱਖ ਉੱਤੇ ਸਵੈਲਿੰਗ ਹੋਣੀ ਸ਼ੁਰੂ ਹੋਈ ਤਕਰੀਬਨ 2-3 ਦਿਨ ਪਹਿਲਾਂ। ਅਸੀਂ ਉਹਦੇ ਰਿਲੇਟਿਡ ਜਿਹੜਾ ਜ਼ਰੂਰੀ ਟੈਸਟ ਹੈ ਉਹ ਕਰਵਾਏ, ਸੀਟੀ ਸਕੈਨ ਕਰਵਾਇਆ। ਉਹ ਕਰਵਾ ਕੇ ਜਦੋਂ ਮੈਨੂੰ ਲੱਗਿਆ ਕਿ ਇਹ ਮਿਊਕਰਮਾਈਕੋਸਿਸ ਦਾ ਹਾਈ ਸਸਪੀਸ਼ਨ ਹੈ ਤਾਂ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਕੱਲ੍ਹ ਸਵੇਰੇ ਪੀਜੀਆਈ ਰੈਫਰ ਕਰਤਾ ਸੀ। ਪੀਜੀਆਈ ਰੈਫਰ ਕਰਨ ਤੋਂ ਬਾਅਦ ਉੱਥੇ ਉਸਦੇ ਟੈਸਟ ਹੋਏ, ਤਕਰੀਬਨ 10-12 ਦਿਨ ਉਹਨੂੰ ਆਲਰੇਡੀ ਹੋ ਚੁੱਕੇ ਸੀ ਐਡਮਿਟ ਨੂੰ, ਤਾਂ ਉਹਨਾਂ ਨੇ ਦੁਬਾਰਾ ਵੀ ਟੈਸਟ ਕੀਤਾ ਕੋਵਿਡ ਦਾ ਟੈਸਟ ਵੀ ਪੀਜੀਆਈ 'ਚ ਉਹਦਾ ਪੋਜ਼ੀਟਿਵ ਆਇਆ ਤੇ ਉਹਦਾ ਨੇਜ਼ਲ ਸਵੈਬ ਵਗੈਰਾ ਹੋਰ ਲਿੱਤਾ ਗਿਆ ਜਿਹੜਾ ਕਿ ਫੰਗਸ ਲਈ ਪੋਜ਼ਿਟਿਵ ਆਇਆ। ਤੇ ਉਸ ਤੋਂ ਬਾਅਦ ਪੀਜੀਆਈ ਉਸ ਨੂੰ ਫਸਟ ਡੋਜ਼ ਜਿਹੜੀ ਜ਼ਰੂਰੀ ਐਂਟੀ ਫੰਗਲ ਟ੍ਰੀਟਮੈਂਟ ਹੁੰਦੀ ਉਹ ਦਿੱਤੀ ਗਈ ਤੇ ਉੱਥੇ ਜਿਹੜੀ ਫੰਗਸ ਹੈ ਉਹਦੀ ਉਹਨਾਂ ਨੇ ਦੱਸਿਆ ਕਿ ਹੋਰ ਟੈਸਟ ਵਗੈਰਾ ਕਰਨ ਤੋਂ ਬਾਅਦ ਵੀ ਥੋੜੀ ਫੈਲੀ ਹੋਈ ਹੈ ਜਿਹੜੀ ਕਿ ਬ੍ਰੇਨ ਤੱਕ ਪਹੁੰਚ ਚੁੱਕੀ ਹੈ, ਜਿਸ ਕਾਰਨ ਉਸ ਪੇਸ਼ੈਂਟ ਦੀ ਅੱਖ ਦੇ ਉੱਤੇ ਅਸਰ ਵੀ ਹੋ ਗਿਆ ਸੀ। ਤੇ ਉਹਨਾਂ ਨੇ ਪੀਜੀਆਈ ਵਾਲਿਆਂ ਨੇ ਕਿਹਾ ਕਿ ਇਹਨਾਂ ਦੀ ਮੇਨ ਜਿਹੜੀ ਪ੍ਰੋਬਲਮ ਹੈ ਉਹ ਕੋਵਿਡ ਕਰਕੇ ਲੰਗਸ ਕਾਫੀ ਜ਼ਿਆਦਾ ਖਰਾਬ ਹੋਏ ਹੋਏ ਆ। ਉਹ ਲੰਗਸ ਖਰਾਬ ਹੋਣ ਕਰਕੇ ਉਹਨਾਂ ਨੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਦੱਸਿਆ, ਜਿਹਦੇ ਨਾਲ ਮੈਂ ਪੇਸ਼ੈਂਟ ਦੇ ਅਟੈਂਡੈਂਟ ਨਾਲ ਰੈਗੂਲਰ ਤਾਲਮੇਲ ਕਰ ਰਿਹਾ ਸੀ ਤੇ ਉਹਨਾਂ ਨੂੰ ਮੈਂ ਆਪਣਾ ਨੰਬਰ ਦੇ ਕੇ ਭੇਜਿਆ ਸੀ ਵੀ ਜੇ ਉੱਥੇ ਕੋਈ ਵੀ ਦਿੱਕਤ ਆਉਂਦੀ ਹੈ, ਕੋਈ ਵੀ ਚੀਜ਼ ਹੈ ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰਦੇ ਰਹਿਣਾ। ਤਾਂ ਪੇਸ਼ੈਂਟ ਦੇ ਅਟੈਂਡੈਂਟ ਮੈਨੂੰ ਰੈਗੂਲਰਲੀ ਇਸ ਚੀਜ਼ ਬਾਰੇ ਅਪਡੇਟ ਕਰ ਰਹੇ ਸੀ। ਪੀਜੀਆਈ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਲੰਗਸ ਕਾਫੀ ਜ਼ਿਆਦਾ, ਇੱਕ ਤਾਂ ਏਜ ਜ਼ਿਆਦਾ ਹੋਣ ਕਰਕੇ ਲੰਗਸ ਕਾਫੀ ਖਰਾਬ ਹੋਏ ਹੋਏ ਆ ਤੇ ਨਾਲ ਕੋਵਿਡ ਨੇ ਇਨਫੈਕਸ਼ਨ ਕਾਫੀ ਜ਼ਿਆਦਾ ਇਹਨਾਂ ਦੇ ਲੰਗਸ 'ਤੇ ਫੈਲਾਈ ਹੈ। ਦੂਜਾ ਮਿਊਕਰਮਾਈਕੋਸਿਸ ਹੋਈ ਵੀ ਹੈ ਵੀ ਇਹਨਾਂ ਦੀ ਅਰਜੈਂਟ ਸਰਜਰੀ ਕਰਨੀ ਪਊਗੀ, ਬਟ ਸਰਜਰੀ ਲਈ ਬਹੁਤ ਜ਼ਿਆਦਾ ਐਕਸਟੈਂਸਿਵ ਇਹਨਾਂ ਦੇ ਇੱਕ ਤਾਂ ਅੱਖਾਂ ਦਾ ਆਪਰੇਸ਼ਨ, ਦੂਜਾ ਦਿਮਾਗ ਤੱਕ ਮਿਊਕਰਮਾਈਕੋਸਿਸ ਫੈਲਿਆ ਹੋਇਆ ਉਹਦਾ ਆਪਰੇਸ਼ਨ, ਪਲੱਸ ਜਿਹੜੇ ਇੱਕ ਪਾਸੇ ਦੀ ਹੱਡੀ ਦੇ ਵਿੱਚ ਉਹਦਾ ਆਪਰੇਸ਼ਨ ਕਰਨਾ ਪਊਗਾ। ਤਾਂ ਪੇਸ਼ੈਂਟ ਦੇ ਅਟੈਂਡੈਂਟ ਨੇ ਰਿਫਿਊਜ਼ ਕਰਤਾ ਕਿ ਅਸੀਂ ਐਡੀ ਮੇਜਰ ਸਰਜਰੀ ਨਹੀਂ ਕਰਵਾਉਣੀ, ਕਿਉਂਕਿ ਉਹਨਾਂ ਨੂੰ ਵੀ ਇਹ ਸੀਗਾ ਕਿ ਪ੍ਰੋਗਨੋਸਿਸ ਇੰਨੀ ਏਜ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਚੰਗੀ ਨਹੀਂ ਹੈ। ਤਾਂ ਉਹਨਾਂ ਨੇ ਪੀਜੀਆਈ ਤੋਂ ਛੁੱਟੀ ਕਰਵਾ ਕੇ ਉਹਨਾਂ ਨੇ ਕਿਹਾ ਵੀ ਅਸੀਂ ਘਰ ਲੈ ਜਾਂਦੇ ਹਾਂ, ਪਰ ਮੈਂ ਉਹਨਾਂ ਨੂੰ ਕਿਹਾ ਵੀ ਘਰ ਨਹੀਂ ਲੈ ਕੇ ਜਾਣਾ, ਵੀ ਆਪਾਂ ਜਿੰਨੇ ਹੋ ਸਕਦੇ ਹਾਂ ਜੇ ਤੁਸੀਂ ਉੱਥੇ ਤੋਂ ਛੁੱਟੀ ਹੀ ਕਰਵਾਉਣੀ ਹੈ, ਕੋਈ ਆਪਰੇਟ ਉੱਥੇ ਨਹੀਂ ਟ੍ਰੀਟਮੈਂਟ ਕਰਨਾ ਤਾਂ ਤੁਸੀਂ ਰੋਪੜ ਸਿਵਲ ਹਸਪੀਟਲ ਲੈ ਆਓ। ਤਾਂ ਉਹ ਪੇਸ਼ੈਂਟ ਅੱਜ ਸਵੇਰੇ ਰੋਪੜ ਸਿਵਲ ਹਸਪੀਟਲ ਉਹ ਲੈ ਆਏ ਦੁਪਹਿਰ ਨੂੰ ਤੇ ਅਸੀਂ ਉਹਨਾਂ ਨੂੰ ਐਡਮਿਟ ਕਰਕੇ
ਨਾਲ ਦੀ ਨਾਲ ਉਹਨਾਂ ਨੂੰ ਐਂਟੀ ਫੰਗਲ, ਜਦੋਂ ਮੈਨੂੰ ਪੇਸ਼ੈਂਟ ਨੇ ਦੱਸਤਾ ਸੀਗਾ ਕਿ ਅਸੀਂ ਉੱਥੇ ਤੋਂ ਰੋਪੜ ਤੋਂ ਚੱਲਣ ਲੱਗੇ ਹਾਂ, ਅਸੀਂ ਉਸੇ ਟਾਈਮ ਐਂਟੀ ਫੰਗਲ ਜਿਹੜੀ ਮੈਡੀਸਿਨ ਹੈ ਪੋਸਾਕੋਨਾਜ਼ੋਲ ਔਰ ਨਾਲ ਦੀ ਨਾਲ ਸਟੇਟ ਤੋਂ ਪ੍ਰੋਕਿਓਰ ਕਰ ਲਈ। ਪੇਸ਼ੈਂਟ ਦੇ ਆਉਣ ਤੱਕ ਅਸੀਂ ਉਹ ਦਵਾਈ ਵੀ ਮੰਗਾ ਕੇ ਰੱਖ ਲਈ ਤੇ ਆਉਂਦੇ ਹੀ ਉਹਨਾਂ ਨੂੰ ਫਸਟ ਡੋਜ਼ ਉਹਦੀ ਦੇ ਦਿੱਤੀ ਤੇ ਹੁਣ ਪੇਸ਼ੈਂਟ ਸਾਡੇ ਕੋਲ ਟ੍ਰੀਟਮੈਂਟ ਅਧੀਨ ਹੈ ਤੇ ਹੁਣ ਇਸ ਟਾਈਮ ਉਹ ਸਿਵਲ ਹਸਪੀਟਲ ਰੋਪੜ ਦੇ ਆਈਸੋਲੇਸ਼ਨ ਵਾਰਡ ਵਿੱਚ ਅਸੀਂ ਸੈਪਰੇਟ ਰੂਮ ਵਿੱਚ ਰੱਖਿਆ ਹੋਇਆ ਹੈ। ਸਰ ਸਿੰਪਟਮ ਕੀ ਹੈ? ਦੇਖੋ, ਜਿਹੜੀ ਇਹ ਮਿਊਕਰਮਾਈਕੋਸਿਸ ਹੈ ਜਿਹਨੂੰ ਬਲੈਕ ਫੰਗਸ ਕਹਿੰਦੇ ਆ, ਇਹਦੇ ਸਿੰਪਟਮਸ ਸਿੰਪਲ ਸਾਈਨੋਸਾਈਟਿਸ ਵਾਂਗੂ ਸ਼ੁਰੂ ਹੁੰਦੇ ਆ, ਜਿਵੇਂ ਨੇਜ਼ਲ ਬਲੋਕੇਜ ਹੈ, ਨੱਕ ਦੇ ਵਿੱਚੋਂ ਕਈ ਕਾਲੇ ਤਰ੍ਹਾਂ ਦੇ ਥੋੜੇ ਫਲੇਕਸ ਉਤਰਨੇ, ਨੱਕ ਚੋਂ ਬਲੀਡਿੰਗ ਹੋ ਸਕਦੀ ਹੈ, ਸਵੈਲਿੰਗ ਹੋ ਸਕਦੀ ਹੈ ਅੱਖਾਂ ਦੀ, ਇੱਕ ਪਾਸੇ ਚੀਕ ਦੇ ਉੱਤੇ ਜਾਂ ਦੋਨੋਂ ਪਾਸੇ ਸਵੈਲਿੰਗ ਹੋ ਸਕਦੀ ਹੈ ਤੇ ਪੇਸ਼ੈਂਟਸ ਨੂੰ ਨੰਬਨੈਸ ਹੋ ਸਕਦੀ ਹੈ, ਇੱਕ ਜਿਹੜੇ ਪਾਸੇ ਦੀ ਇਨਵੋਲਵਮੈਂਟ ਹੈ ਉਸ ਪਾਸੇ ਸੁੰਨਪਨ ਹੋ ਸਕਦਾ ਹੈ। ਜੇ ਦਿਮਾਗ ਤੱਕ ਫੈਲ ਜੇ ਤਾਂ ਇਹ ਨਸਾਂ ਨੂੰ ਇਨਵੋਲਵ ਕਰ ਲੈਂਦਾ ਹੈ ਤੇ ਉਹਦੇ ਨਾਲ ਪੇਸ਼ੈਂਟ ਦੀ ਆਈਸਾਈਟ ਤੇ ਅਸਰ ਹੋ ਸਕਦਾ ਹੈ, ਅੱਖਾਂ ਮਤਲਬ ਨਿਗਾਹ ਖਰਾਬ ਹੋ ਸਕਦੀ ਹੈ ਤੇ ਇਸ ਤਰ੍ਹਾਂ ਦੇ ਸਾਈਨੋਸਾਈਟਿਸ ਦੇ ਜਿਹੜੇ ਸਿੰਪਟਮ ਹੈ ਇਹ ਯੂਜੂਅਲੀ ਪ੍ਰੈਜ਼ੈਂਟ ਕਰਦਾ ਪੇਸ਼ੈਂਟ। ਸਰ ਇਹ ਕਹਿੰਦੇ ਸੀ ਕਿ ਕਰੋਨਾ ਪੋਜ਼ਿਟਿਵ ਤੋਂ ਬਾਅਦ ਇਹ ਬਲੈਕ ਫੰਗਸ ਹੁੰਦੇ ਤੇ ਕਰੋਨਾ ਪੋਜ਼ਿਟਿਵ ਹੁੰਦੀ ਬਲੈਕ ਫੰਗਸ ਹੋ ਗਿਆ। ਨਹੀਂ, ਐਦਾਂ ਦਾ ਕੁਝ ਨਹੀਂ ਹੈ। ਦੇਖੋ, ਬਲੈਕ ਫੰਗਸ ਜਿਹੜੀ ਹੈ ਮਿਊਕਰਮਾਈਕੋਸਿਸ ਦੇ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਪਹਿਲਾਂ ਵੀ ਹੁੰਦੀ ਸੀ ਬਟ ਕੋਵਿਡ ਕਰਕੇ ਕਈ ਪੇਸ਼ੈਂਟਸ ਦੀ ਇਮਿਊਨਿਟੀ ਵੈਸੇ ਹੀ ਬਹੁਤ ਘੱਟ ਹੁੰਦੀ ਹੈ, ਜਿਵੇਂ ਡਾਇਬਟਿਕ ਪੇਸ਼ੈਂਟਸ ਹੁੰਦੇ ਹੈ ਜਾਂ ਪੇਸ਼ੈਂਟ ਕੋਈ HIV ਦੇ ਪੇਸ਼ੈਂਟਸ ਹੈ ਜਾਂ ਜਿਨ੍ਹਾਂ ਤੇ ਪਹਿਲਾਂ ਕੋਈ ਇਮਿਊਨੋ ਸਪਰੈਸੈਂਟਸ ਚੱਲ ਰਹੇ ਹੈ। ਹੁਣ ਕੋਵਿਡ ਕਰਕੇ ਕਈ ਪੇਸ਼ੈਂਟਸ ਨੂੰ ਹਾਈ ਡੋਜ਼ ਸਟੀਰੋਇਡ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਇਮਿਊਨਿਟੀ ਘਟ ਜਾਂਦੀ ਹੈ। ਐਸੇ ਕੇਸਿਸ ਦੇ ਵਿੱਚ ਇਹ ਇਨਫੈਕਸ਼ਨ ਜਲਦੀ ਹੋ ਜਾਂਦੀ ਹੈ ਤੇ ਫਲੇਅਰ ਅਪ ਹੋ ਜਾਂਦੀ ਹੈ। ਸਰ ਜਿਹੜੇ ਘਰੇ ਕੁਆਰੰਟਾਈਨ ਹੁੰਦੇ 17 ਦਿਨ ਲਈ, ਸਰ ਉਹਨਾਂ ਨੂੰ ਵੀ ਬਲੈਕ ਫੰਗਸ ਹੋ ਸਕਦੀ ਹੈ? ਜਿਹੜੇ ਹਸਪੀਟਲ ਆਉਂਦੇ ਜਾਂ ਉਹਨਾਂ ਨੂੰ? ਦੇਖੋ, ਹੋ ਕਿਸੇ ਨੂੰ ਵੀ ਸਕਦੀ ਹੈ ਬਟ ਜ਼ਿਆਦਾ ਪ੍ਰੋਬੇਬਿਲਿਟੀ ਉਹਨਾਂ ਦੀ ਹੁੰਦੀ ਹੈ ਜਿਹੜੇ ਇਮਿਊਨੋ ਸਪਰੈਸਡ ਹੁੰਦੇ ਆ। ਜਿਹੜੇ ਪੇਸ਼ੈਂਟ ਹੋਮ ਆਈਸੋਲੇਟਿਡ ਹੁੰਦੇ ਆ ਉਹ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਸਟੇਬਲ ਕੰਡੀਸ਼ਨ ਹੁੰਦੀ ਹੈ, ਇਹ ਮਾਈਲਡ ਕੋਵਿਡ ਡਿਜ਼ੀਜ਼ ਹੁੰਦੀ ਹੈ, ਉਹਨਾਂ ਦੇ ਵਿੱਚ ਕੋਈ ਸਟੀਰੋਇਡ ਦੀ ਇੰਡੀਕੇਸ਼ਨ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੀ ਇਮਿਊਨੋ ਕੰਪਰੋਮਾਈਜ਼ਡ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ। ਤਾਂ ਬਹੁਤ ਘੱਟ ਚਾਂਸਸ ਹੈ ਕਿ ਹੋਮ ਆਈਸੋਲੇਟਿਡ पेशेंट ਨੂੰ म्यूकरमाइकोसिस होवे। द टारगेट न्यूज के लिए रूपनगर से सुषमा मोदगिल की रिपोर्ट। पल पल हर पल समाचारों से अपडेट रहना है तो हमारे इस चैनल द टारगेट न्यूज को लाइक करें, सब्सक्राइब करें व बेल आइकन को जरूर दबाएं। घर बैठे सारी जानकारी पाएं।